ਦੋਸਤੋ ਦੇਖੋ, ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਮੂਵਮੈਂਟ ਚੋਂ ਜਦੋਂ ਨਿਕਲੀ ਸੀਗੀ ਤੇ ਉਹਨਾਂ ਨੇ ਸਭ ਤੋਂ ਵੱਡੀ ਗੱਲ ਕੀਤੀ ਸੀ ਸਾਦਗੀ ਦੀ ਇਸ ਦੇਸ਼ ਦੀ ਰਾਜਨੀਤੀ ਵਿੱਚ। ਔਰ ਉਹਨਾਂ ਨੇ ਕਿਹਾ ਸੀ ਕਿ ਅਗਰ ਸਾਨੂੰ ਮੌਕਾ ਮਿਲਦਾ ਅਸੀਂ ਕਿੱਦਾਂ ਦਾ ਬਦਲਾਵ ਲੈ ਕੇ ਆਵਾਂਗੇ ਜਿਹਦੇ ਨਾਲ ਰਵਾਇਤੀ ਪਾਰਟੀਆਂ ਤੋਂ ਜਿਹੜੇ ਲੋਕ ਤੰਗ ਆਏ ਹੋਏ ਉਹਨਾਂ ਦੀ ਹੈਂਕੜ ਤੋਂ, ਉਹਨਾਂ ਦੀ ਬੁਰਸ਼ਾਗਰਦੀ ਤੋਂ, ਉਹਨਾਂ ਦੇ ਭ੍ਰਿਸ਼ਟ ਤਰੀਕਿਆਂ ਤੋਂ ਅਸੀਂ ਇੱਕ ਨਵਾਂ ਮਾਡਲ ਪੇਸ਼ ਕਰਾਂਗੇ ਦੇਸ਼ ਦੀ ਰਾਜਨੀਤੀ ਵਿੱਚ। ਲੋਕਾਂ ਨੇ ਵਿਸ਼ਵਾਸ ਕੀਤਾ। ਪਹਿਲਾਂ ਦਿੱਲੀ 'ਚ ਸਰਕਾਰ ਬਣਾਈ, ਪਹਿਲਾਂ ਤਾਂ ਇਹਨਾਂ ਨੇ ਸਭ ਕੁਝ ਉੱਥੇ ਤੋੜਿਆ, ਸਰਕਾਰੀ ਘਰ ਲਿਆ ਬਹੁਤ ਵੱਡਾ, Z+ ਸਿਕਿਉਰਿਟੀ ਲਈ, ਗੱਡੀਆਂ ਮੋਟਰਾਂ ਦਾ ਅਮਲਾ ਤੇ ਵਗੈਰਾ ਵਗੈਰਾ। ਔਰ ਕਿਤੇ ਜਹਾਜ਼ ਵਿੱਚ ਜਾਣਾ ਤੇ ਮਤਲਬ ਆਰਡੀਨਰੀ ਪੈਸੇਂਜਰ ਵਾਂਗੂ ਨਹੀਂ ਜਾਣਾ, ਜਹਾਜ਼ ਹੀ ਚਾਰਟਰ ਕਰ ਲੈਣਾ। ਚਲੋ ਉਸ ਨੂੰ ਛੱਡ ਦਿੰਨੇ ਆਪਾਂ, ਗੱਲ ਪੰਜਾਬ ਤੇ ਆ ਗਈ। ਪੰਜਾਬ ਦੇ ਵਿੱਚ ਵੀ ਲੋਕਾਂ ਨੇ ਭਰੋਸਾ ਕਰਕੇ ਇਹਨਾਂ ਨੂੰ ਇੱਕ ਮੌਕਾ ਦਿੱਤਾ। ਹੁਣ ਇੱਕ ਵਾਰ ਗੌਰ ਨਾਲ, ਨਿਰਪੱਖਤਾ ਨਾਲ, ਬਿਲਕੁਲ ਇੱਕ ਵਾਰ ਝਾਤ ਮਾਰ ਕੇ ਦੇਖੋਗੇ ਪਿਛਲੇ 6 ਮਹੀਨਿਆਂ ਦੇ ਵਿੱਚ ਇਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਕੰਡਕਟ ਕੀ ਹੈਗਾ। ਤੁਸੀਂ ਉਹ ਜੋੜੇ ਬਾਜਰੇ ਦਾ ਕੰਡਕਟ ਦੇਖ ਲਿਆ, ਕਿਸ ਤਰ੍ਹਾਂ ਨਾਲ ਇੱਕ ਵਾਈਸ ਚਾਂਸਲਰ ਨਾਲ ਇਹਨਾਂ ਦਾ ਜਿਹੜਾ ਰਵੱਈਆ ਸੀਗਾ। ਭਾਵੇਂ 100 ਵਾਰ ਉਹ ਵਾਈਸ ਚਾਂਸਲਰ ਗਲਤ ਹੋਵੇ, ਕੰਮ ਨਾ ਕਰਦਾ ਹੋਵੇ, ਪਰ ਕਿਸੇ ਨੂੰ ਮਤਲਬ ਬਦਕਲਾਮੀ ਕਰਨੀ, ਉਹਨੂੰ ਧੱਕੇ ਨਾਲ ਲਟਾ ਦੇਣਾ, ਪਹਿਲਾਂ ਤਾਂ ਉਹ ਉਦਾਹਰਣ ਆਇਆ ਤੁਹਾਡੇ ਸਾਹਮਣੇ। ਉਸ ਤੋਂ ਬਾਅਦ ਹੁਣ ਰਿਪੀਟਡਲੀ ਜਲੰਧਰ ਦੇ MLA ਜਿਹੜੇ ਨੇ, ਪਹਿਲਾਂ ਇਹਨਾਂ ਨੇ ਪਿੱਛੇ ਜੇ ਇੱਕ ਜਲੰਧਰ ਦਾ, ਮੈਨੂੰ ਤਾਂ ਨਾਮ ਵੀ ਨਹੀਂ ਬਹੁਤੇ ਚੇਤੇ ਇਹਨਾਂ ਦੇ, ਅਨੁਰਾਗਲ, ਇਸ ਬੰਦੇ ਨੇ ਪਹਿਲਾਂ DC ਦੇ ਨਾਲ ਮਿਸਬਿਹੇਵ ਕੀਤਾ, ਜਲੰਧਰ ਵਾਲਿਆਂ ਨਾਲ, ਸਾਰੀ ਐਡਮਿਨਿਸਟ੍ਰੇਸ਼ਨ ਨਾਲ। ਤੇ ਫਿਰ ਜਦੋਂ ਲੋਕਾਂ ਨੇ ਜੁੱਤੀ ਲਾ ਲਈ ਤੇ ਸੋਸ਼ਲ ਮੀਡੀਆ ਦੇ ਉੱਤੇ ਕੰਡੈਮਨੇਸ਼ਨ ਹੋਈ ਤੇ ਫਿਰ ਉਸੇ DC ਕੋ ਜਾ ਕੇ ਇਹਨਾਂ ਨੇ ਮਾਫੀ ਮੰਗੀ। ਆ 2 ਦਿਨ ਪਹਿਲਾਂ ਰਾਤ ਨੂੰ ਜਾ ਕੇ ਇੱਕ ਕਿਸੇ ਪ੍ਰਾਪਰਟੀ ਡਿਸਪਿਊਟ ਵਿੱਚ ਦਖਲ ਦੇ ਕੇ 2 ਇਹਨਾਂ ਦੇ MLA ਜਾ ਵੜੇ, ਸ਼ਾਇਦ ਇੱਕ ਰਮਨ ਅਰੋੜਾ ਸੀਗਾ ਤੇ ਇੱਕ ਉਹੀ ਅੰਗੁਰਾਲ ਹੈ ਸ਼ਾਇਦ ਉਹਦਾ ਨਾਮ। ਆਪਣੇ ਨਾਲ ਹਮੈਤੀ ਲੈ ਕੇ ਜਾ ਕੇ ਪਹਿਲਾਂ DCP ਦੇ ਗਲ ਪਏ, ਉਹਦੇ ਨਾਲ ਥੱਪੜੋ ਥੱਪੜੀ ਹੋਏ, ਜੁੱਤੀਓ ਜਿੱਤੀ ਹੋਏ। ਔਰ ਉਸ ਤੋਂ ਬਾਅਦ ਆਪਣੀ MLR ਜਿਹੜੀ ਮੈਡੀਕਲ ਲੀਗੋ ਰਿਪੋਰਟ ਹੈ ਉਸ ਨੂੰ ਠੀਕ ਕਰਵਾਉਣ ਵਾਸਤੇ ਕਿ ਸਾਡੇ ਹੱਕ ਵਿੱਚ ਬਣ ਜਾਏ, ਜਿੱਦਾਂ ਬਾਕੀ ਪਾਰਟੀਆਂ ਦੇ ਲੋਕ ਬਣਾਉਂਦੇ ਨੇ 26-24 ਝੂਠੀਆਂ। ਫਿਰ ਉੱਥੇ ਲੇਡੀ ਡਾਕਟਰ ਦੇ ਜਾ ਕੇ ਗੱਲ ਪਏ, ਡਾਕਟਰ ਹਰਲੀਨ ਕੌਰ ਹੈ ਸ਼ਾਇਦ ਉਹਦਾ ਨਾਮ। ਉਹ ਵੀ ਤੁਸੀਂ ਆਡੀਓ ਵੀਡੀਓ ਸਭ ਕੁਝ ਤੁਹਾਡੇ ਸਾਹਮਣੇ ਆ ਗਿਆ, ਕਿਸ ਤਰ੍ਹਾਂ 15-20 ਬੰਦੇ ਉਹਦੇ ਘਰ ਦਫ਼ਤਰ 'ਚ ਵੜ ਜਾਂਦੇ ਨੇ। ਇਹਨਾਂ ਨੇ ਵੈਂਡਲਾਈਜ਼ ਕੀਤਾ ਹਸਪੀਟਲ ਨੂੰ, ਭੰਨਤੋੜ ਕੀਤੀ। ਔਰ ਫਿਰ ਅਗਲੇ ਦਿਨ ਬੜੇ ਸੋਹਣੇ ਸਾਰੀ ਐਡਮਿਨਿਸਟ੍ਰੇਸ਼ਨ ਨਾਲ ਬਹਿ ਕੇ ਮਾਫੀ ਵੀ ਮੰਗ ਲਈ ਉਸ ਗੱਲ ਦੀ। ਕੱਲ ਸ਼ਾਇਦ ਬਾਬਾ ਫਰੀਦ ਜੀ ਦਾ ਇੱਕ ਸਮਾਗਮ ਚੱਲ ਰਿਹਾ ਸੀ ਫਰੀਦਕੋਟ 'ਚ। ਉੱਥੇ MLA ਸਾਹਿਬ ਦੀ ਧਰਮ ਪਤਨੀ ਅਖੇ ਜੀ ਸਾਨੂੰ VVIP ਸੀਟ ਨਹੀਂ ਦਿੱਤੀ। VVIP ਮਤਲਬ ਜਿਹੜੇ ਬੰਦੇ ਆਮ ਆਦਮੀ ਦੀ ਗੱਲ ਕਰਦੇ ਕਰਦੇ ਸਿੱਧਾ VVIP ਦੇ ਉੱਤੇ, VIP ਵੀ ਨਹੀਂ, VVIP ਦਾ ਦਰਜਾ ਚਾਹੁੰਦੇ ਨੇ। ਔਰ ਉੱਥੇ ਉਹਨਾਂ ਨੇ DC ਦੇ ਨਾਲ ਬਦਕਲਾਮੀ ਕੀਤੀ। MLA ਨੇ ਜਾਂ ਸ਼ਾਇਦ ਉਹਦੀ ਧਰਮ ਪਤਨੀ ਨੇ DC ਜਿਹੜੀ ਉੱਥੇ ਔਰਤ ਲੱਗੀ ਹੋਈ, ਇੱਕ IAS ਅਫਸਰ, ਮੈਨੂੰ ਉਹਦਾ ਨਾਮ ਵੀ ਨਹੀਂ ਮੈਨੂੰ ਪਤਾ ਉਹਨਾਂ ਦਾ, ਫਿਰ ਉਹਦੇ ਨਾਲ ਬਦਕਲਾਮੀ ਕੀਤੀ। ਫਿਰ ਉਸ DC ਨੇ ਕੰਪਲੇਂਟ ਕੀਤੀ, ਜਿਹੜੀ IAS ਅਫਸਰ ਐਸੋਸੀਏਸ਼ਨ ਹੈ, ਜਿਹਦੇ ਮਿਸਟਰ ਵੈਨਿਊ ਗੋਪਾਲ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਚੀਫ ਮਿਨਿਸਟਰ ਦੇ, ਉਹਨਾਂ ਨੇ ਤਸਦੀਕ ਕੀਤਾ ਕਿ ਸਾਡੇ ਕੋਲ ਕੰਪਲੇਂਟ ਆਈ ਹੋਈ ਆ। ਤਾਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ MLA ਬਣ ਗਏ ਹੋ ਕਿ ਖੁਦਾ ਬਣ ਗਏ ਹੋ? ਤੁਸੀਂ ਤਾਂ ਐ ਬਿਹੇਵ ਕਰ ਰਹੇ ਜਿੱਦਾਂ ਸਾਰਾ ਪੰਜਾਬ ਮਤਲਬ ਤੁਸੀਂ ਕੋਈ ਜਿੱਦਾਂ ਕੋਈ ਤੁਹਾਨੂੰ ਡਿਕਟੇਟਰ ਬਣਾਤਾ ਗਿਆ ਹੁੰਦਾ ਤੇ ਬਾਕੀ ਸਾਰੇ ਐਵੇਂ ਤੁਰੇ ਫਿਰਦੇ ਨੇ। ਇਹ ਤਾਂ ਸਿਰਫ 2-3 ਉਦਾਹਰਨ ਦਿੱਤੇ MLA ਦੇ, ਹੋਰ ਇਹਨਾਂ ਦੇ MLA ਦੇ ਬਹੁਤ ਉਦਾਹਰਨ ਨੇ। ਮਤਲਬ MLA ਇੱਕ ਬਣਦਾ, ਸਾਰਾ ਟੱਬਰ ਹੀ MLA ਬਣ ਜਾਂਦਾ ਵਾ। ਇੱਕ ਮੰਤਰੀ ਸਾਹਿਬ ਨੇ, ਉਹਨਾਂ ਨਾਮ ਨਹੀਂ ਦੱਸ ਰਹੇ, ਭਗਵੰਤ ਮਾਨ, ਇੱਕ ਮੰਤਰੀ ਸਾਹਿਬ ਨੇ ਹੋਰ ਨਹੀਂ ਦੇਖਿਆ ਕੁਛ ਤਾਂ ਉਹਨਾਂ ਨੇ ਇੱਕ ਆਪਣੇ ਸ਼ਾਇਦ ਭਰਾ ਦੇ ਸਹੁਰੇ ਨੂੰ ਭਰਤੀ ਕਰ ਲਿਆ ਆਪਣੇ ਡਿਪਾਰਟਮੈਂਟ ਵਿੱਚ। ਇੱਕ ਖਰੇ ਆਪਣੀ ਮਾਸੀ ਦੇ ਮੁੰਡੇ ਨੂੰ ਜਾਂ ਲੜਕੀ ਨੂੰ ਆਪਣੇ ਡਿਪਾਰਟਮੈਂਟ ਵਿੱਚ ਜੌਬ ਦੇ ਦਿੱਤੀ। ਉਹ ਜਿਹੜੇ ਵਿਚਾਰੇ ਜੌਬਸ ਮੰਗਦੇ ਫਿਰਦੇ ਨੇ, ਉਹ ਟੈਂਕੀਆਂ ਤੇ ਚੜੇ ਹੋਏ ਨੇ, ਉਹ ਸੰਗਰੂਰ ਕੁੱਟ ਖਾਂਦੇ ਫਿਰਦੇ ਨੇ। ਉਹ ਮੀਤ ਹੇਅਰ ਦੇ ਘਰ ਬਹੁਤ ਬੁਰੀ ਤਰ੍ਹਾਂ ਕੁੱਟਿਆ ਇੱਕ ਬੋਟਨੀ ਦਾ PhD ਦਾ ਮੁੰਡਾ, ਨੌਜਵਾਨ ਯੋਧਾ। ਉਹ ਹੈਂਡੀਕੈਪਡ ਸੀ, ਪਹਿਲਾਂ ਹੀ ਉਹਦੀ ਇੱਕ ਲੱਤ ਖਰਾਬ ਹੈ, ਫਿਰ ਉਹਦੇ ਡਾਂਗਾ ਮਾਰ ਕੇ ਉਹਦੀ ਖਰੇ ਬਾਂਹ ਕਿਉਂ ਹੱਥ ਤੋੜ ਦਿੱਤਾ। ਯਾਰ ਇਹ ਆਮ ਆਦਮੀ ਪਾਰਟੀ ਨੇ, ਇਹ ਪੰਜਾਬ ਦੇ ਵਿੱਚ ਤਬਦੀਲੀ ਲੈ ਕੇ ਆਉਣੇ? ਕਦੀ ਵੀ ਨਹੀਂ ਮੇਰੇ ਵੀਰੋ, ਕਦੀ ਵੀ ਨਹੀਂ। ਠੀਕ ਹੈ, ਇਹਨਾਂ ਨੂੰ ਆਪਾਂ ਨੂੰ ਧੋਖਾ ਦੇ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਨੇ, ਰਾਜ ਭਾਗ ਵੀ ਬਣਾ ਲਿਆ ਵਾ। ਔਰ ਇਹਨਾਂ ਦਾ ਕੰਡਕਟ ਦੇਖ ਲਓ ਤੁਸੀਂ, ਸਾਡੇ ਚੀਫ ਮਿਨਿਸਟਰ ਸਾਹਿਬ ਜਿੰਨੀ ਮਰਜ਼ੀ ਸਫਾਈਆਂ ਦੇਈ ਜਾਣ, ਜੋ ਫਰੈਂਕਫਰਟ 에ਅਰਪੋਰਟ ਦੇ ਉੱਤੇ ਹੋਇਆ ਉਹਦੇ 'ਚ ਇਹ ਸ਼ਰਾਬ ਪੀਤੀ ਵਿੱਚ ਫੜੇ ਗਏ ਨੇ। ਜਾਂ ਤਾਂ ਹੋਵੇ ਨਾ ਬੰਦਾ ਕਦੀ ਪਹਿਲਾਂ ਬਹੁਤ ਉਹਦਾ ਅੱਛਾ ਕੰਡਕਟ ਹੈ ਜੀ, ਉਹ ਬਿਲਕੁਲ ਕਦੀ ਉਹਨੇ ਕਦੀ ਮਿਸਬਿਹੇਵ ਨਹੀਂ ਕੀਤਾ ਤੇ ਇੱਕ ਵਾਰੀ ਹੋ ਗਿਆ ਜੀ, ਚਲੋ ਲੋਕਾਂ ਨੇ ਕਹਿਣਾ ਸੀ ਕੋਈ ਗੱਲ ਨਹੀਂ ਕਿ ਸ਼ਾਇਦ ਗਲਤੀ ਨਾ ਹੋ ਗਿਆ, ਜਾਂ ਹੋ ਸਕਦਾ ਝੂਠ ਵੀ ਹੋਵੇ। ਇਹ ਝੂਠ ਨਹੀਂਗਾ, ਇਹ ਸੱਚ ਆ। ਹੁਣ ਇਹਦੇ ਭਾਵੇਂ 100 ਵਾਰੀ ਪਰਦਾ ਪਾਉਣ। ਔਰ ਜਿੱਦਾਂ ਗੱਲ ਕੀਤੀ ਪ੍ਰਤਾਪ ਬਾਜਵਾ ਨੇ, ਠੀਕ ਹੈ, BJP ਨੇ ਰਿਪੋਰਟ ਲੈ ਕੇ ਆਪਣੇ ਕੋਲ ਰੱਖ ਲਈ ਹੈ ਸਿਵਲ ਐਵੀਏਸ਼ਨ ਮਿਨਿਸਟਰ ਕੋਲ
ਕਿਉਂਕਿ ਉਹਨਾਂ ਦਾ ਡਿਪਲੋਮੈਟਿਕ ਸਰਕਲਸ ਦਾ ਨਾਲ ਹੀ ਹੁੰਦੇ, ਉਹਨਾਂ ਦੇ ਅਫਸਰ ਨਾਲ ਜਾਂਦੇ ਨੇ 에ਅਰਪੋਰਟ ਤੇ ਛੱਡਣ ਲਿਆਉਣ, ਉਹਨਾਂ ਦੇ ਕੋਲ ਹੈਗਾ ਸਭ ਕੁਝ। ਉਹ ਹੋ ਸਕਦਾ ਠੀਕ ਵਕਤ ਦੇ ਉੱਤੇ ਆਣ ਕੇ ਇਸ ਨੂੰ ਛਾਇਆ ਵੀ ਕਰਨ, ਤੇ ਉਹਨਾਂ ਨੇ ਆਪਣੇ ਕੋਲ ਰੱਖ ਕੇ ਇਹਨੂੰ ਆਪਣੇ ਦਬਾਅ ਥੱਲੇ ਭਗਵੰਤ ਮਾਨ ਨੂੰ ਲੈ ਆਂਦਾ ਵਾ। ਕੰਡਕਟ ਤੁਸੀਂ ਦੇਖੋ ਨਾ, ਪਾਰਲੀਮੈਂਟ ਦੇ ਵਿੱਚ ਤਾਂ ਇਹਨਾਂ ਦਾ ਆਪਣਾ MP ਜਿਹੜਾ ਸੀਗਾ ਖਾਲਸਾ ਜੀ, ਉਹਨਾਂ ਨੇ ਸ਼ਿਕਾਇਤ ਕੀਤੀ ਸਪੀਕਰ ਨੂੰ ਕਿ ਇਹਦੀ ਸੀਟ ਬਦਲਦੇ ਤੋਂ ਹਵਾੜ ਆਉਂਦੀ ਆ। ਬਰਗਾੜੀ ਦੇ ਭੋਗ ਦੇ ਉੱਤੇ ਫੜੇ ਗਏ। ਆਮ ਇੱਧਰ ਉੱਧਰ ਸੋਸ਼ਲ ਫੰਕਸ਼ਨਸ ਵਿੱਚ ਡੱਕੇ ਡੋਲੇ ਖਾਂਦੇ, ਗੱਡੀਆਂ 'ਚ ਲੋਟਪੋਟ ਹੁੰਦੇ। ਇੱਕ ਵਾਰੀ ਥੋੜੋ ਹੋਇਆ ਵਾ। ਫਿਰ ਆਪਣੀ ਮਾਤਾ ਜੀ ਦਾ ਸਹੁੰ ਖਾਧੀ, ਫਿਰ ਉਸ ਸਹੁੰ ਨੂੰ ਤੋੜਿਆ। ਕੇਜਰੀਵਾਲ ਦੀ ਹਾਜ਼ਰੀ ਵਿੱਚ ਸਹੁੰ ਖਾਧੀ ਆ, ਔਰ ਉਹਨੇ ਵੀ ਕਿਹਾ ਕਿ ਬਹੁਤ ਵੱਡਾ ਇਤਿਹਾਸਿਕ ਫੈਸਲਾ ਆ ਗਿਆ, ਭਗਵੰਤ ਮਾਨ ਨੇ ਸਹੁੰ ਖਾ ਲਈ, ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵੇਗਾ। ਇਹ ਸਾਰੀਆਂ ਗੱਲਾਂ ਮੈਂ ਸਿਰਫ ਇਹਨਾਂ ਦਾ ਇੱਕ ਜਸਟ ਜਿਹੜਾ ਕੰਡਕਟ ਹੈ ਪਿਛਲੇ 6 ਮਹੀਨਿਆਂ ਦਾ, ਉਹ ਤੁਹਾਡੀ ਕਚਹਿਰੀ ਵਿੱਚ ਰੱਖ ਗਿਆ। ਕੀ ਫਰਕ ਹੈ ਜੀ? ਇਦਾਂ ਦਾ ਮੇਰੇ ਖਿਆਲ I do not remember any Congress leader being drunk in public domain. ਮੈਨੂੰ ਨਹੀਂ ਲੱਗਦਾ ਕਿਸੇ ਕਾਂਗਰਸ ਜਾਂ ਅਕਾਲੀ ਦਲ ਦੇ ਲੀਡਰਾਂ ਦੇ ਘਰ ਵਾਲੀਆਂ ਨੇ ਜਾਂ ਉਹਦੇ ਬੱਚਿਆਂ ਨੇ ਜਾ ਕੇ ਅਫਸਰਾਂ ਦੀ ਤੋਹੀਨ ਕੀਤੀ, ਉਹਨਾਂ ਦੀ ਬੇਇੱਜ਼ਤੀ ਕੀਤੀ ਹੋਵੇ। ਠੀਕ ਆ, ਜਦੋਂ ਕੋਈ ਸੱਤਾ 'ਚ ਆ ਜਾਂਦੇ ਨੇ, ਉਹਨਾਂ ਦਾ ਸੱਤਾ ਸਿਰ ਨੂੰ ਚੜ੍ਹਦੀ ਹੈ, ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ, ਬਿਕੋਜ਼ ਬਹੁਤ ਜ਼ਿਆਦਾ ਤੁਹਾਡੇ ਆਲੇ ਦੁਆਲੇ ਇਸ ਤਰ੍ਹਾਂ ਦਾ ਐਲੀਮੈਂਟ ਆ ਜਾਂਦਾ ਜਿਹੜਾ ਤੁਹਾਡੀ ਹੋਮੇ ਨੂੰ ਪੱਠੇ ਪਾਉਂਦਾ ਵਾ। ਸਾਡੇ ਇੱਕ ਮਿਨਿਸਟਰ ਨੇ ਉਸ ਵੇਲੇ, ਜਿਹੜਾ DSP ਸੀਗਾ, ਉਹਦੇ ਨਾਲ ਬਦਕਲਾਮੀ ਕੀਤੀ ਟੈਲੀਫੋਨ ਦੇ ਉੱਤੇ, ਉਹਦੇ ਨਾਲ ਬਹੁਤ ਮਾੜਾ ਵਤੀਰਾ ਕੀਤਾ, ਗੱਲਬਾਤ ਕੀਤੀ, ਹੰਕਾਰ ਵਿੱਚ ਕੀਤੀ। ਕਿ ਇਹਨਾਂ ਦੇ MLA ਨੇ ਨਹੀਂ ਕੀਤੀ? ਕਿੰਨੀਆਂ ਆਡੀਓਜ਼ ਆ ਚੁੱਕੀਆਂ, ਮੈਂ ਤਾਂ ਵਿੱਚੋਂ ਕਈ ਭੁੱਲ ਰਿਹਾ ਹੋਵਾਂਗਾ। ਇਹਨਾਂ ਦੇ ਹੁਣੇ ਆਡੀਓ ਆਈ ਹੈ, ਇੱਕ ਵੀਡੀਓ ਆਈ ਹੈ, ਜਿਹੜਾ ਜਲੰਧਰ ਵਾਲਾ MLA ਉਹ ਲੇਡੀ ਡਾਕਟਰ ਨਾਲ ਕਿੱਦਾਂ ਗੱਲ ਕਰ ਰਿਹਾ ਹੈਗਾ ਵਾ, ਕਿ ਉਸ ਕਾਂਗਰਸ ਦੇ ਮਿਨਿਸਟਰ ਨਾਲ ਘੱਟ ਗੱਲ ਕਰ ਰਿਹਾ ਹੈਗਾ ਵਾ। ਸੋ ਮੈਂ ਤਾਂ ਤੁਹਾਨੂੰ ਸਿਰਫ ਇਹ ਕਹਿਣਾ ਚਾਹੁੰਦਾ ਕਿ ਮੇਰੇ ਹਿਸਾਬ ਦੇ ਨਾਲ, ਅਸੀਂ ਤਾਂ ਪਹਿਲਾਂ ਵੀ ਬਹੁਤ ਕਿਹਾ ਸੀਗਾ ਕਿ ਫਰਜ਼ੀ ਨੇ, ਇਹ ਫਰਜ਼ੀ ਇਨਕਲਾਬੀ ਹੈ, ਇਹਨਾਂ ਤੋਂ ਕੁਝ ਨਹੀਂ ਤਬਦੀਲ ਹੋਣਾ। ਔਰ ਕੇਜਰੀਵਾਲ ਬਾਹਰ ਜਾ ਕੇ ਕਹਿ ਰਿਹਾ ਗੁਜਰਾਤ ਔਰ ਹਿਮਾਚਲ ਦੀਆਂ ਇਲੈਕਸ਼ਨਾਂ ਵਿੱਚ ਪਤਾ ਕੀ ਕਹਿੰਦੇ ਨੇ? भगवंत मान ने इतना काम कर दिया है, 75 साल में नहीं हुआ देश में। ਲੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ 75 ਸਾਲਾਂ ਵਿੱਚ ਜਿਹੜਾ ਪੰਜਾਬ ਦੇ ਵਿੱਚ ਦਰਿਆਵਾਂ ਨੂੰ ਬੰਨ ਲੱਗੇ, ਤੁਸੀਂ ਬੰਨ ਲੱਗੇ, ਉਹ ਕੇਜਰੀਵਾਲ ਤੁਸੀਂ ਲਾਏ ਨੇ। ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ ਸਾਡੀਆਂ ਬਿਹਤਰੀਨ ਯੂਨੀਵਰਸਿਟੀਆਂ ਖੜੀਆਂ ਕੀਤੀਆਂ ਸਾਡੇ ਪੁਰਖੇ ਲੀਡਰਾਂ ਨੇ, ਉਹ ਤੁਸੀਂ ਖੜੀਆਂ ਕੀਤੀਆਂ ਨੇ। ਜਿਹੜਾ PGI ਵੀ ਬਣਾਇਆ ਗਿਆ, ਉਹ ਅਸਲ ਵਿੱਚ ਜਦੋਂ ਜੁਆਇੰਟ ਪੰਜਾਬ ਸੀਗਾ, ਉਹ ਸਾਡਾ ਬਣਾਇਆ ਹੋਇਆ ਵਾ। ਭਾਖੜਾ ਬਿਆਸ ਦਾ ਜਿਹੜਾ ਡੈਮ ਬਣਿਆ ਵਾ, ਉਹ ਉਸ ਵਕਤ ਪੰਜਾਬ ਦੀ ਧਰਤੀ ਤੇ ਅਸੀਂ ਬਣਾਇਆ, ਸਾਡੇ ਲੀਡਰਾਂ ਤੇ ਸਾਡੇ ਆਗੂਆਂ ਤੇ ਸਾਡੀਆਂ ਸਰਕਾਰਾਂ ਨੇ ਬਣਾਈ। ਇਸ ਤੋਂ ਇਲਾਵਾ ਜਿਹੜਾ ਵੱਡਾ ਨੈਟਵਰਕ ਹੈਗਾ, 20,000 ਸਕੂਲ ਖੜਾ ਕੀਤਾ, ਹਰ ਪਿੰਡ ਨੂੰ ਸੜਕ। ਇਹ ਤਾਂ ਹੁਣ ਗੱਲਾਂ ਕਰਦੇ ਨੇ ਨਾ, ਇਹ ਕਈ ਦਹਾਕੇ ਪਹਿਲਾਂ ਗੱਲ ਪਹੁੰਚੀ ਹੋਈ ਆ। ਸਾਰਾ ਪ੍ਰੋਕਿਉਰਮੈਂਟ ਸਿਸਟਮ ਖੜਾ ਹੋਇਆ ਪੰਜਾਬ ਦੇ ਵਿੱਚ, ਨੈਟਵਰਕ। ਤੁਸੀਂ ਕੀ ਲੱਗਦਾ? ਔਰ ਸਾਰਾ ਕਨਾਲ ਇਰੀਗੇਸ਼ਨ ਸਿਸਟਮ ਇਹ ਕੇਜਰੀਵਾਲ ਨੇ ਬਣਾਤਾ। ਭਗਵੰਤ ਮਾਨ ਨੇ 6 ਮਹੀਨਿਆਂ ਵਿੱਚ ਕੀ ਕੀਤਾ ਜੀ? ਸਵਾਏ ਮੁਫਤਖੋਰੀ ਤੋਂ ਬਿਜਲੀ ਦੇਤੀ ਜੀ, 300 ਯੂਨਿਟ, ਬਹੁਤ ਵੱਡਾ ਫੈਸਲਾ ਜੀ। 200 ਯੂਨਿਟ ਤਾਂ ਪਹਿਲਾਂ ਹੀ ਗਰੀਬਾਂ ਨੂੰ ਮੁਫਤ ਜਾ ਰਹੀ ਸੀ, ਪਿਛਲੀਆਂ ਸਰਕਾਰਾਂ ਵੀ ਦੇ ਰਹੀਆਂ ਸੀਗੀਆਂ। ਔਰ ਫਿਰ ਹੁਣ ਬਚ ਗਏ ਆਪਾਂ ਸਾਰੇ। ਇਹ 500 ਕਰੋੜ ਰੁਪਏ ਦੀ ਠੱਗੀ ਮਾਰਨ ਚੱਲੇ ਸੀਗੇ ਸਾਡੇ ਬਜਟ ਨਾਲ। ਅਖੇ ਜੀ ਆਟਾ ਪੀਸ ਕੇ ਘਰਾਂ ਦੇ ਵਿੱਚ ਦੇਾਂਗੇ, ਹਾਈ ਕੋਰਟ ਨੇ ਰੋਕ ਦਿੱਤਾ ਉਸ ਫੈਸਲੇ ਨੂੰ। ਕੋਈ ਕਿਸੇ ਨੇ ਮੰਗਿਆ ਆਟਾ? ਫਿਰ ਲੋਕੀ ਕਣਕ ਲੈਂਦੇ ਸੀਗੇ ਕਿ ਆਪਣੀ ਮਰਜ਼ੀ ਨਾਲ ਜਿੰਨਾ ਕੁ ਲੋੜ ਹੈ ਆਟਾ ਪਿਸਵਾ ਕੇ ਤੇ ਉਸ ਨੂੰ ਵਰਤ ਲੈਂਦੇ ਸੀ ਕਿ ਨਹੀਂ ਹਮ ਆਪਕੋ ਫ੍ਰੀ ਆਟਾ ਘਰੋਂ ਕੇ ਉੱਪਰ ਡਿਲੀਵਰੀ ਕरेंगे। ਇਹ ਕਿੱਡਾ ਵੱਡਾ ਇਤਿਹਾਸਿਕ ਫੈਸਲਾ ਜੀ। ਔਰ ਜਦੋਂ ਆਟਾ ਜਾਣਾ ਸੀ ਘਰਾਂ, ਤੁਸੀਂ ਬਚ ਗਏ ਹੋ ਮੇਰੇ ਸਤਿਕਾਰਯੋਗ ਵੀਰੋ ਭੈਣੋ ਪੰਜਾਬ ਦੇ, ਸਾਰੀ ਸੁਸਰੀ ਪੀਸ ਕੇ ਅਨਹਾਈਜੀਨਿਕ ਆਟਾ ਦੇ ਕੇ ਤੁਹਾਨੂੰ ਬਿਮਾਰ ਘਰਾਂ ਦੇ ਵਿੱਚ ਕਰਨਾ ਸੀਗਾ। ਇਹ ਫੈਸਲੇ ਨੇ ਤੁਹਾਡੇ ਬਹੁਤ ਇਤਿਹਾਸਿਕ। ਕਿਹੜੀਆਂ ਗਾਰੰਟੀਆਂ ਜੀ? ਮੈਂ ਕਹਿੰਦਾ ਜੀ 1000 ਰੁਪਇਆ ਔਰਤਾਂ ਨੂੰ ਤੁਸੀਂ ਵਾਅਦਾ ਕੀਤਾ, ਨਹੀਂ ਦਿੱਤਾ, ਜੇ ਦੇ ਵੀ ਦਿਓਗੇ, ਕਿੱਡਾ ਕੁ ਵੱਡਾ ਇਤਿਹਾਸਿਕ ਫੈਸਲਾ ਜੀ। ਇਹ ਇਤਿਹਾਸ ਕੀ ਮੰਗਦਾ ਵਾ ਕਿ ਜਿਹੜੀਆਂ ਬੇਅਦਬੀਆਂ ਦਾ ਸਾਡਾ ਇੱਥੇ ਬੇਇਨਸਾਫੀ ਹੋਈ ਆ, ਤੁਸੀਂ ਉਸ ਤੇ ਐਕਸ਼ਨ ਲੈਣਾ ਸੀਗਾ। ਜਿਹੜੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ, 3-3 4-4 ਲੱਖ ਰੁਪਏ ਦੇ ਕਰਜ਼ੇ, ਤੁਸੀਂ ਇਹ ਦੇਖਣਾ ਸੀ ਨੀਤੀ ਬਣਾ ਕੇ ਕਿ ਇਹਨਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਵਾ। ਤੁਸੀਂ ਸਾਡੇ ਜਿਹੜੇ ਬੱਚੇ ਜਿੰਨਾ ਕੁ ਰੋਜ਼ਗਾਰ ਦੇ ਸਕਦੇ, ਜਦੋਂ ਝੂਠ ਬੋਲਦੇ ਹੋ ਕਿ ਅਸੀਂ ਸਾਰੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਵਿਦੇਸ਼ਾਂ ਜਾਣ ਤੋਂ ਰੋਕ ਦਿਆਂਗੇ, ਨਹੀਂ ਰੋਕ ਸਕਦੇ, ਕਿਉਂਕਿ ਕੁੱਲ ਪੰਜਾਬ ਦੀ ਜਿਹੜੀ ਇਸ ਵਕਤ ਗਵਰਨਮੈਂਟ ਜੌਬਸ ਆ ਉਹ ਸਿਰਫ 4 ਲੱਖ ਹੈਗੀ ਹੈ। ਜੇ 4 ਲੱਖ ਨੂੰ ਵੀ ਪੂਰਾ ਭਰ ਦਿਓਗੇ, ਜਿਹੜਾ 50% ਖਾਲੀ ਹੋਊਗਾ ਇਸ ਵਕਤ, ਤੇ ਕੀ ਸਾਡੇ ਬੱਚੇ ਵਿਦੇਸ਼ਾਂ ਜਾਣ ਤੋਂ ਰੁਕ ਜਾਣਗੇ? ਉਹ ਕਿਸੇ ਗੱਲ ਨਾਲ ਰੁਕਣਗੇ ਜਦੋਂ ਵਾਤਾਵਰਣ ਠੀਕ ਹੋਵੇਗਾ, ਜਦੋਂ ਇੱਥੇ ਇੰਡਸਟਰੀਲਾਈਜੇਸ਼ਨ ਹੋਵੇਗੀ, ਜਦੋਂ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਖੁੱਲੇਗਾ, ਸਾਡੇ ਕਿਸਾਨ ਤੇ ਸਾਡੇ ਵਪਾਰੀ ਖੁਸ਼ਹਾਲ ਹੋਣਗੇ, ਜਦੋਂ ਸਾਡਾ ਮਾਲ ਗਵਾਂਢੀ ਸੂਬਿਆਂ ਦੇ ਵਿੱਚ ਬਾਏ ਰੋਡ, ਕਿਉਂਕਿ ਅਸੀਂ ਲੈਂਡਲੌਕਡ ਸਟੇਟ ਆ, ਅਸੀਂ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਗੀ, ਸਾਡੇ ਕੋਲ ਕੋਈ ਗੁੰਜਾਇਸ਼ ਹੀ ਨਹੀਂ ਗੀ। ਜਦੋਂ ਤੁਸੀਂ ਐਗਰੀਕਲਚਰ ਦੇ ਕੋਈ ਦੀ ਉਹਦੀ ਪ੍ਰੋਪਰ ਬਜਟ ਐਲੋਕੇਸ਼ਨ ਕਰਕੇ
ਪੰਜਾਬ ਦੇ ਵਿੱਚ ਐਗਰੀਕਲਚਰ ਨੂੰ 6 ਜਾਂ 8 ਜ਼ੋਨਾਂ ਵਿੱਚ ਵੰਡ ਕੇ ਅਲੱਗ-ਅਲੱਗ ਫਸਲਾਂ ਬਿਜਵਾ ਕੇ ਉੱਥੋਂ ਤੁਸੀਂ ਉਹਨਾਂ ਦੇ ਸਹੀ ਪ੍ਰੋਕਿਊਰਮੈਂਟ ਕਰਕੇ ਉਹਨੂੰ ਐਕਸਪੋਰਟ ਕਰੋਗੇ ਦੂਸਰੇ ਦੇਸ਼ਾਂ ਨੂੰ ਤਾਂ ਰਾਹਤ ਆਏਗੀ। ਆ ਮੂੰਗੀ ਦੀ ਤਾਂ ਤੁਸੀਂ ਦੇ ਨਹੀਂ ਸਕੇ ਜੀ ਐਮਐਸਪੀ। ਮੇਰੇ ਕੋਲ ਸਾਰਾ ਆਰਟੀਐਚ ਡਾਟਾ ਵਾ ਦੋਸਤੋ। 99% ਮੂੰਗੀ ਡਿਸਟ੍ਰਿਕਟ ਸੇਲ ਪ੍ਰਾਈਵੇਟ ਆੜਤੀਆਂ ਤੇ ਵਪਾਰੀਆਂ ਨੇ ਖਰੀਦੀ ਆ। ਤੁਹਾਡੀ ਜਗਰਾਓਂ ਪੁੱਛੋ ਜਾ ਕੇ ਮੰਡੀਆਂ ਦੇ ਵਿੱਚ, ਮਾਨਸਾ ਜ਼ਿਲ੍ਹੇ 'ਚ ਜਾ ਕੇ ਪੁੱਛੋ। 99% ਸਿਰਫ 11% ਨੂੰ ਭਗਵੰਤ ਮਾਨ ਨੇ 7275 ਰੁਪਏ ਕੁਇੰਟਲ ਦਾ ਰੇਟ ਦੇ ਸਕੇ ਨੇ। 99% ਨੇ ਵੇਚੀ, ਕਿਸੇ ਨੇ 3000 ਨੂੰ ਕੁਇੰਟਲ, ਕਿਸੇ ਨੇ 4000 ਨੂੰ ਕੁਇੰਟਲ। 20,000 ਰੁਪਏ ਦਾ ਘਾਟਾ ਕਿਸਾਨਾਂ ਨੂੰ ਇੱਕ ਏਕੜ ਦੇ ਵਿੱਚ ਪਿਆ ਵਾ। ਕਿਹੜੀਆਂ ਗੱਲਾਂ ਕਰਦੇ ਸੀ ਤੇ ਕਿੱਥੇ ਪਹੁੰਚੇ ਹੋਏ ਨੇ। ਮੈਂ ਤਾਂ ਤੁਹਾਨੂੰ ਸਿਰਫ ਇੱਕ ਸ਼ੀਸ਼ਾ ਦਿਖਾਉਣਾ ਚਾਹੁੰਦਾ ਸੀਗਾ ਕਿ ਇਹਨਾਂ ਦੇ ਅਸਲ ਚਿਹਰੇ ਕੀ ਨੇ। ਆਪਾਂ ਮੌਕਾ ਦਿਓ ਇਹਨਾਂ ਨੂੰ, ਹੋਰ ਦੇਖਦੇ ਆ ਆਪਾਂ 6 ਮਹੀਨੇ ਹੋਰ ਦੇਖਦੇ ਆ। ਲੇਕਿਨ ਅਗਰ ਇਹ ਬੰਦੇ ਨਾ ਬਣਨ, ਮੇਰੀ ਸਮੂਹ ਪੰਜਾਬ ਦੇ ਗੈਰਤਮੰਦ ਲੋਕਾਂ ਨੂੰ, ਕਿਉਂਕਿ ਆਪਾਂ ਕੋਈ ਨੋਰਮਲ ਸਟੇਟ ਨਹੀਂ ਗੀ, ਸਾਨੂੰ ਸਾਡੇ ਪਿੱਛੇ ਨਿਗਾਹ ਮਾਰ ਕੇ ਦੇਖੋ, ਝਾਤ ਮਾਰ ਕੇ ਦੇਖੋ ਕਿ ਸਾਡੇ ਪੁਰਖੇ ਕੀ ਕਰਕੇ ਗਏ ਨੇ। ਜਦੋਂ ਲੋੜ ਪਈ, ਮਤਲਬ ਦੇਸ਼ ਦੀ ਆਜ਼ਾਦੀ ਵਿੱਚ ਤਾਂ ਆਪਣਾ ਰੋਲ ਹੈ ਹੀ ਹੈ। ਉਸ ਤੋਂ ਪਿੱਛੇ ਚੱਲ ਜਾਓ, ਜਦੋਂ ਮੁਗਲਾਂ ਤੇ ਅਬਦਾਲੀਆਂ ਤੇ ਦੁਰਾਨੀਆਂ ਜਦੋਂ ਥਰ ਕੰਬਦਾ ਸੀ ਸਾਰਾ ਦੇਸ਼, ਉਦੋਂ ਸਾਡੇ ਹੀ ਪੁਰਖਿਆਂ ਨੇ ਉਹਨਾਂ ਦੀਆਂ ਘੋੜਿਆਂ ਦੀਆਂ ਲਗਾਮਾਂ ਫੜ ਕੇ ਉਹਨਾਂ ਨੂੰ ਗਲਤ ਕੰਮਾਂ ਕਰਨ ਤੋਂ ਰੋਕਿਆ। ਔਰਤਾਂ ਲੁੱਟ ਕੇ ਲਿਜਾਂਦੇ ਸੀ, ਉਹਨਾਂ ਨੇ ਵਾਪਸ ਕਰਾਈਆਂ। ਔਰ ਤਾਜ਼ੀ ਗੱਲ, ਸਾਡੇ ਗੁਰਦੁਆਰਾ ਸਾਹਿਬ ਆਜ਼ਾਦ ਕਰਾਏ। ਜਥੇਦਾਰ ਲక్ష్మణ ਸਿੰਘ ਵਰਗਿਆਂ ਨੇ ਸ਼ਹਾਦਤ ਦੇ ਕੇ ਮਹੰਤਾਂ ਨੂੰ ਕੱਢ ਕੇ, ਜਿਹੜੇ ਕੰਜਰੀਆਂ ਰਚਾਉਂਦੇ ਸੀ, ਸ਼ਰਾਬਾਂ ਪਣਾਉਂਦੇ ਸੀ ਗੁਰਦੁਆਰਿਆਂ ਨੂੰ, ਕੱਢ ਕੇ ਉਹ ਮਾਰਿਆ। ਆਪਾਂ ਉਹ ਲੋਕ ਆ। ਤੇ ਇਹ ਆ ਜਿਹੜੇ ਆ ਚੰਦ ਬੰਦੇ ਜਿਹੜੇ ਹੰਕਾਰੇ ਹੋਏ ਨੇ, ਆਪਾਂ ਇਹਨਾਂ ਨੂੰ ਨਹੀਂ ਟੱਕਰ ਸਕਾਂਗੇ। ਅਗਰ ਇਹ ਮਿਸਬਿਹੇਵ ਕਰਨ ਕਿਸੇ ਨਾਲ, ਮੇਰੀ ਤੁਹਾਨੂੰ ਅਪੀਲ ਹੈ, ਪਬਲਿਕ ਫੰਕਸ਼ਨ ਵਿੱਚ ਖੜੇ ਹੋਵੋ, ਇਹਨਾਂ ਦਾ ਵਿਰੋਧ ਕਰੋ, ਇਹਨਾਂ ਦੀ ਗਲਤ ਗੱਲਾਂ ਨੂੰ। ਉੱਥੇ ਇੱਕ ਆਦਮੀ ਖੜ ਕੇ ਕਿਸੇ ਦਾ ਵਿਰੋਧ ਕਰ ਦੇਣਾ, ਅੱਜ ਮੀਡੀਆ ਦਾ ਯੁੱਗ ਆ, ਸ਼ਰਮਿੰਦੇ ਹੋ ਜਾਣਗੇ। ਮੈਂ ਨਹੀਂ ਕਹਿੰਦਾ, ਆਮ ਨੋਟ ਇਨਸਾਈਟਿੰਗ ਯੂ ਫॉर ਵਾਇਲੈਂਸ। ਜਸਟ ਆਪਣੀ ਜਿਹੜੀ ਫਰੀडम ਆਫ ਸਪੀਚ ਆ, ਆਪਣੀ ਗੱਲ ਕਹਿਣ ਦਾ ਜਿਹੜਾ ਤਰੀਕਾ ਉਹ ਮਾਦਾ ਰੱਖੋ। ਅਗਰ ਕੋਈ ਆਦਮੀ ਪਬਲਿਕ ਪਲੇਟਫਾਰਮ ਤੋਂ ਕੋਈ ਕੰਮ ਗਲਤ ਕਰ ਰਿਹਾ, ਜਿੱਦਾਂ ਇਹ ਜਾ ਕੇ ਦਫ਼ਤਰਾਂ 'ਚ ਵੜ ਕੇ ਡਾਕਟਰਾਂ ਤੇ ਅਫਸਰਾਂ ਨੂੰ ਡਰਾਉਂਦੇ ਨੇ, ਸਾਹਮਣੇ ਖੜ ਕੇ ਇਹਨਾਂ ਦੀ ਗੱਲ ਕਰੋ। ਜੇ ਤੁਹਾਡੇ ਕਿਸੇ ਸਰਕਾਰੀ ਫੰਕਸ਼ਨ ਵਿੱਚ ਇਹ ਜਿੱਦਾਂ ਇਹ ਮਤਲਬ ਕੋਈ ਉੱਥੇ ਗਲਤ ਗੱਲ ਕਹਿ ਰਹੇ ਨੇ, ਕਿਸੇ ਨਾਲ ਕੋਈ ਮਿਸਬਿਹੇਵ ਕਰ ਰਹੇ, ਉੱਥੇ ਖੜ ਕੇ ਇਹਨਾਂ ਦਾ ਵਿਰੋਧ ਕਰੋ। ਇਹ 10 ਦਿਨਾਂ 'ਚ ਬੰਦੇ ਬਣ ਜਾਣੇ। ਤਾਂ ਜਾਨ ਹੀ ਨਹੀਂ ਗਈ। ਬਹੁਤ ਸਾਰੇ ਬੰਦੇ ਤਾਂ ਇਹਨਾਂ 'ਚ ਉਹ ਬਣੇ ਹੋਏ ਨੇ ਜਿਹੜੇ ਸ਼ਾਇਦ ਸਰਪੰਚ ਬਣਨ ਦੇ ਕਾਬਿਲ ਵੀ ਨਹੀਂ ਸੀਗੇ, ਕਾਉਂਸਲਰ ਬਣਨ ਦੇ ਕਾਬਿਲ ਵੀ ਨਹੀਂ ਸੀਗੇ, ਜਿਹਨੂੰ ਪੰਜਾਬੀ 'ਚ ਕਹਿੰਦੇ ਤੁੱਕਾ ਲੱਗ ਗਿਆ ਹੋਇਆ। ਔਰ ਹੁਣ ਇਹ ਲੋਟਸ ਕਰੀ ਜਾਂਦੇ ਨੇ। ਵਿਧਾਨ ਸਭਾ ਦਾ ਟਾਈਮ ਜ਼ਾਇਆ ਕਰ ਰਹੇ ਨੇ। ਕਰਾਓ ਪੰਜਾਬ ਦੇ ਵਿਧਾਨ ਸਭਾ ਦਾ ਮਸਲਾ ਸੈਸ਼ਨ ਕਰਾਓ, SYL ਦੇ ਉੱਤੇ ਤੁਹਾਡਾ ਪਤਾ ਲੱਗੇ। ਤੁਹਾਡਾ ਜਿਹੜਾ ਸੁਸ਼ੀਲ ਗੁਪਤਾ ਜਿਹੜਾ ਮੈਂਬਰ ਹੈ ਰਾਜ सभा, ਉਹ ਤਾਂ ਰੋਜ਼ ਕਹਿ ਰਿਹਾ ਜਾ ਕੇ ਕਿ ਹਮ ਤੋਂ ਰਾਜਸਥਾਨ, ਹਮ ਤੋਂ ਹਰਿਆਣਾ ਕੇ ਹਰ ਘਰ ਮੇਂ SYL का पानी देंगे। ਇਹ ਤੁਹਾਡੀ ਦਲੀਲ ਹੈਗੀ ਆ SYL ਦੇ ਸਾਡੇ ਪਾਣੀਆਂ ਦੇ ਉੱਤੇ ਮਸਲੇ ਦੇ ਉੱਤੇ। ਕਰਾਓ ਸੈਸ਼ਨ ਬੇਅਦਬੀਆਂ ਦੇ ਉੱਤੇ, ਕਰਾਓ ਨਸ਼ਿਆਂ ਦੇ ਉੱਤੇ, ਕਰਾਓ ਕਿਸਾਨ ਆਤਮ ਹੱਤਿਆਂ ਦੇ ਉੱਤੇ। ਕੌਣ ਭੱਜਦਾ ਇਸ ਸੈਸ਼ਨ ਦੇ ਉੱਤੋਂ? ਪਰ ਤੁਸੀਂ ਇੱਕ ਬੋਗਸ ਗੱਲ ਬਣਾ ਕੇ 92 MLAਆਂ ਦੇ ਬਾਵਜੂਦ ਤੁਸੀਂ ਗੱਲ ਸ਼ੋਰ ਮਚਾਈ ਜਾਂਦੇ, ਸਾਡੀ ਪਾਰਟੀ ਨੂੰ ਖਰੀਦਿਆ। ਕਿਹੜੀ ਕਮਲੀ ਪਾਰਟੀ ਹੋਊਗੀ ਜਿਹਦੇ 2 ਮੈਂਬਰ ਆ ਜੀ ਤੇ ਉਹ 57 ਹੋਰ ਉਹਨੂੰ ਚਾਹੀਦੇ ਹੋਣਗੇ? ਫਿਰ ਇਹਨਾਂ ਚ ਝੂਠ ਬੜਿਆ ਗਿਆ। ਹਰਪਾਲ ਚੀਮਾ ਕਹਿੰਦਾ 35 MLA ਨੂੰ ਖਰੀਦ ਰਹੇ ਜੀ। 1375 ਕਰੋੜ ਰੁਪਇਆ ਰੱਖਿਆ, ਜਿੱਦਾਂ ਇਹਨੂੰ ਗਣਾ ਕੇ ਰੱਖੇ ਹੁੰਦੇ ਉਹਨਾਂ ਨੇ ਪਾਸੇ ਦੇ ਉੱਤੇ। ਕੇਜਰੀਵਾਲ ਕਹਿੰਦਾ ਜੀ 10-12 ਨੂੰ ਖਰੀਦ ਰਹੇ ਨੇ। ਭਗਵੰਤ ਸਿੰਘ ਮਾਨ ਕਹਿੰਦਾ ਜੀ 5-7 ਨੂੰ ਖਰੀਦਨੇ। ਉਹ ਝੂਠ ਬੋਲਣ ਲੱਗੇ, ਘੱਟੋ ਘੱਟ ਆਪ ਤਾਂ ਇਕੱਠੇ ਹੋ ਜਾਇਆ ਕਰੋ। ਸੋ ਮੈਂ ਤਾਂ ਸਿਰਫ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਅੱਜ ਇਹਨਾਂ ਦਾ ਸਰਾਸਰ ਝੂਠ ਤੇ ਆਧਾਰਿਤ, ਔਰ ਜਦੋਂ ਰੇਤਾ ਦੇ ਢੇਰ ਦੇ ਉੱਤੇ ਖੜ ਕੇ ਤੁਸੀਂ ਰਾਜਨੀਤੀ ਕਰੋ, ਥੱਲਿਓਂ ਖੁਰ ਜਾਣੀ ਇੱਕ ਦਿਨ ਬਿਲਕੁਲ ਇਦਾਂ ਹੀ, ਔਰ ਮੂੰਹ ਪਾਰ ਡਿੱਗੋਗੇ ਤੁਸੀਂ। ਹਲੇ ਵੀ ਤੁਹਾਨੂੰ ਲੋਕਾਂ ਨੇ ਮੈਂਡੇਟ ਦਿੱਤਾ ਹੈ, ਡੂ ਸਮ ਗੁੱਡ ਵਰਕ। ਤੁਸੀਂ ਜਾ ਕੇ ਪਿੰਡਾਂ 'ਚ ਪਿਛਲੇ 6 ਮਹੀਨਿਆਂ 'ਚ ਇੱਕ ਇੱਟ ਨਹੀਂ ਲੱਗੀ। ਅੱਜ ਜਿਹੜੀ ਰੇਤਾ ਸ਼ੋਰ ਮਚਾਉਂਦਾ ਇਹਨਾਂ ਦਾ ਮਿਨਿਸਟਰ ਕਿ ਮਾਈਨਿੰਗ ਬੰਦ ਕਰਾਤੀ ਆ, ਅੱਜ ਰੇਤਾ ਮਿਲੀ ਨਹੀਂ ਦੀ ਪਹਿਲੀ ਗੱਲ ਤਾਂ। ਅਗਰ ਮਿਲਦੀ ਤਾਂ 8000 ਰੁਪਏ ਸੈਂਕੜਾ ਵਾ, ਜਿਹੜੀ ਕਿਸੇ ਵੇਲੇ 2000 ਰੁਪਏ ਸੈਂਕੜੇ ਵੱਧ ਤੋਂ ਵੱਧ ਰੇਟ ਵਿੱਚ ਵਿਕੀ ਆ ਕਾਂਗਰਸ ਦੇ ਰਾਜ ਵਿੱਚ। ਕਹਿੰਦੇ ਜੀ ਮਾਈਨਿੰਗ ਬੰਦ ਕਰਾਤੀ, ਹਮ 20,000 ਕਰੋੜ ਰੁਪਇਆ ਲੈ ਕੇ ਆਏਂਗੇ। ਸਾਰੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਰਿਪੋਰਟਸ, ਕੰਪਲੇਂਟਸ ਅਸੀਂ ਨਹੀਂ ਕੀਤੀਆਂ, ਫੌਜ ਨੇ ਕੀਤੀਆਂ ਨੇ, PSF ਨੇ ਕੀਤੀਆਂ ਹਾਈ ਕੋਰਟ ਦੇ ਵਿੱਚ। ਔਰ ਬਰਸਾਤ ਦੇ ਮੌਸਮ ਵਿੱਚ 1 ਜੁਲਾਈ ਤੋਂ ਲੈ ਕੇ 31 ਸਤੰਬਰ ਤੱਕ ਈਵਨ ਨਾਟ ਲੈਜਿਟਿਮੇਟ ਸਾਈਟਸ ਵੀ ਮਾਈਨਿੰਗ ਨਹੀਂ ਕਰ ਸਕਦੀਆਂ ਸਾਰੇ ਪੰਜਾਬ ਦੇ ਸ਼ਿਕਾਇਤਾਂ ਉਹ ਕਰ ਰਹੇ ਨੇ, ਅਸੀਂ ਨਹੀਂ ਕਰ ਰਹੇ। ਸਾਡੀ ਤਾਂ ਸ਼ਾਇਦ ਗੱਲ ਕਹਿਣਗੇ ਜੀ ਸਾਡੇ ਪੋਲੀਟੀਕਲ ਓਪੋਨੈਂਟਸ ਨੇ। ਸੋ ਦੋਸਤੋ ਤੁਹਾਡੇ ਸਾਹਮਣੇ ਸਾਰੀ ਗੱਲ ਹੈਗੀ ਆ। ਔਰ ਮੇਰੀ ਬੋਕਰ ਵਾਲਿਆਂ ਨੂੰ ਬੇਨਤੀ ਆ, ਜੇ ਤੁਹਾਨੂੰ ਸੱਦਦਾ ਸਾਡੇ ਵੀਡੀਓ ਪੇਜ ਦੇ ਉੱਤੇ ਆਉਣ ਤੇ, ਤੁਸੀਂ ਆਣ ਕੇ ਉੱਥੇ ਗਾਲੀ ਗਲੋਚ ਕਰਦੇ ਹੋ, ਸਟੇ ਅਵੇ ਫਰਮ ਮਾਈ ਵੀਡੀਓਜ਼। ਔਰ ਦੂਸਰੀ ਗੱਲ ਕਿ ਜਿਹੜੇ ਤੁਸੀਂ ਲੜਦੇ ਹੋ, ਮੈਂ ਭੈਣ ਰਿਪੀਟਡਲੀ ਕਹਿਣਾ ਵਾ, ਤੁਹਾਨੂੰ ਕਦੀ ਕਿਸੇ ਨੇ ਪੁੱਛਿਆ? ਮੈਂ ਦੇਖ ਰਿਹਾ 5-5 6-6 ਸਾਲ ਦੇ ਲੋਕੀ ਤਰਲੋ ਮੱਛੀ ਹੋਈ ਜਾਂਦੇ ਇਹਨਾਂ ਦੇ ਕਰਕੇ, ਗਾਲਾਂ ਖਾਂਦੇ ਵੀ ਨੇ, ਕੱਢਦੇ ਵੀ ਨੇ, ਗਲਤ ਗੱਲਾਂ ਲਿਖਦੇ ਨੇ। ਨੌਕਰੀਆਂ ਦੇਣ ਵੇਲੇ ਤਾਂ ਬਾਹਰਲੇ ਆਣ ਕੇ ਦਿੱਲੀੋਂ ਤੇ ਰਾਜਸਥਾਨ ਤੋਂ ਤੇ ਤੁਹਾਡੇ ਹਰਿਆਣੇ ਵਾਲੇ ਲੈ ਗਏ ਨੇ ਨੌਕਰੀ। ਤੁਹਾਨੂੰ ਤਾਂ ਲਾਂਤ ਹੋਣੀ ਚਾਹੀਦੀ ਹੈ। ਦਰੀਆਂ ਤੁਸੀਂ ਚੱਕਦੇ ਰਹਿ ਗਏ, ਝੋਲੇ ਤੁਸੀਂ ਫੜਦੇ ਰਹਿ ਗਏ, ਬਣਨ ਵੇਲੇ ਕੋਈ ਹੋਰ ਹੀ ਆਣ ਕੇ ਲੈ ਗਏ ਨੇ।
ਸੋ ਇਹ ਸਾਰੀ ਗੱਲ ਹੈ ਕਿ ਕੰਡਕਟ ਤਾਂ ਆਪਣਾ ਠੀਕ ਹੋਣਾ ਚਾਹੀਦਾ। ਠੀਕ ਹੈ, ਤੁਹਾਨੂੰ ਐਮਐਲਏ ਬਣਾਤਾ, ਤੁਹਾਨੂੰ ਮਿਨਿਸਟਰ ਬਣਾਤਾ, ਤੁਹਾਨੂੰ ਖੁਦਾ ਥੋੜੋ ਬਣਾਤਾ ਕਿਸੇ ਨੇ। ਤੁਸੀਂ ਤਾਂ ਰੱਬ ਬਣ ਕੇ ਬਹਿ ਗਏ ਹੋ। ਜ਼ਮੀਨ ਤੇ ਆਓ ਥੱਲੇ ਔਰ ਬੰਦਿਆਂ ਵਾਂਗੂ ਕੰਮ ਕਰੋ ਔਰ ਬੰਦਿਆਂ ਵਾਂਗੂ ਬਿਹੇਵ ਕਰੋ। ਇਹ ਅੱਜ ਦਾ ਮੇਰਾ ਤੁਹਾਡੇ ਨਾਲ ਸੁਣਿਆ ਸੀਗਾ। ਠੀਕ ਲੱਗੀਆਂ ਗੱਲਾਂ? ਕਾਈਂਡਲੀ ਸ਼ੇਅਰ ਮਾਈ ਵੀਡੀਓਜ਼ ਟੂ ਆਲ ਯੋਰ ਫਰੈਂਡ ਸਰਕਲ। ਥੈਂਕ ਯੂ ਸੋ ਮਚ। ਸੁਖਪਾਲ ਸਿੰਘ ਖਹਿਰਾ।